ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾ। ਜਿਸ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ, ਉਸ ਸਮੇਂ ਪੰਜ ਪਾਤਸ਼ਾਹ ਜੀ ਨੇ ਖੁਸ਼ੀ ਵਿੱਚ ਇਹ ਪਾਵਨ ਸ਼ਬਦ ਉਚਾਰਨ ਕੀਤਾ ਸੀ। ਸੋ ਇਹ ਵੀ ਗੱਲ ਨੋਟ ਵਿੱਚ ਆਪ ਜੀ ਦੇ ਕਰਨਯੋਗ ਹੈ ਕਿ ਜਿਸ ਸਮੇਂ ਬਾਲਕ ਅਵਸਥਾ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਤਾਪ ਉਤਰਿਆ ਸੀ, ਉਸ ਵੇਲੇ ਵੀ ਇਸੇ ਪਾਵਨ ਸ਼ਬਦ ਨੂੰ ਦੁਬਾਰਾ ਪੜ੍ਹਿਆ ਸੀ। ਸਗਲ ਆਨੰਦ ਕੀਆ ਪਰਮੇਸ਼ਰ, ਆਪਣਾ ਬਿਰਦ ਸੰਭਾਰਿਆ। ਪਰਮੇਸ਼ਰ ਵਾਹਿਗੁਰੂ ਪ੍ਰਭੂ ਨੇ ਸਾਰਾ ਆਨੰਦ ਸੁੱਖ ਦੇਣਾ ਕੀਤਾ ਹੈ। ਇਹ ਉਸਨੇ ਆਪ ਦਾ ਮੁੱਢ ਕਦੀਮਾਂ ਦਾ ਬਿਰਦ ਪ੍ਰਾਣ ਧਰਮ ਸੰਭਾਲਣਾ ਕੀਤਾ ਹੈ। ਸਾਧ ਜਨਾ ਹੋਏ ਕਿਰਪਾਲਾ, ਬਿਗਸੇ ਸਭ ਪਰਵਾਰਿਆ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਆਦਿ ਮਹਾਤਮਾ ਜਨ ਜਦੋਂ ਕਿਰਪਾਲਾ ਦਿਆਲੂ ਹੋਏ, ਭਾਵ ਮਾਤਾ ਗੰਗਾ ਜੀ ਨੂੰ ਪੁੱਤਰ ਹੋਣ ਦਾ ਬਚਨ ਕਰ ਦਿੱਤਾ, ਤਦ ਇਹ ਸੁਣ ਕੇ ਸਾਰੇ ਪਰਿਵਾਰ ਵਾਲੇ ਬਿਗਸੇ ਪ੍ਰਸੰਨਤਾ ਦੇ ਸਹਿਤ ਹੋਏ। ਕਾਰਜ ਸਤਿਗੁਰ ਆਪ ਸਵਾਰਿਆ। ਇਹ ਕਾਰਜ ਕੰਮ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਰਸਨਾ ਦੁਆਰਾ ਆਪ ਹੀ ਸਵਾਰਿਆ, ਠੀਕ ਸਵਾਰਨਾ ਕੀਤਾ ਹੈ। ਵੱਡੀ ਆਰਜਾ ਹਰਗੋਬਿੰਦ ਕੀ, ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ। ਸਤਿਗੁਰਾਂ ਨੇ ਆਪ ਹੀ ਬਾਲ ਹਰਗੋਬਿੰਦ ਦੀ ਆਰਜਾ ਉਮਰ ਵੱਡੀ ਲੰਮੀ ਕਰ ਦਿੱਤੀ ਹੈ, ਭਾਵ ਪਹਿਲੇ ਸਤਿਗੁਰਾਂ ਤੋਂ ਬਾਅਦ ਬਾਕੀ ਸਭ ਗੁਰੂ ਸਾਹਿਬਾਨਾਂ ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜ਼ਿਆਦਾ ਸਮਾਂ ਗੁਰਤਾ ਗੱਦੀ ਉੱਪਰ ਸਭਾਇਮਾਨ ਹੋਣਾ ਕੀਤਾ। ਵਾਜੂ ਸਤਿਗੁਰਾਂ ਦੇ ਪੁੱਤ ਪੋਤੇ ਅਤੇ ਪੜਪੋਤੇ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਏ। ਇਹੋ ਹੀ ਸਤਿਗੁਰਾਂ ਦੀ ਵੱਡੀ ਆਰਜਾ ਸ੍ਰੇਸ਼ਟਤਾਈ ਹੈ। ਅਸਾਂ ਨੇ ਸਾਧੂ ਗੁਰਾਂ ਦੀ ਸੰਗਤ ਵਿੱਚ ਹੀ ਸੁੱਖ ਮੰਗਲ ਆਨੰਦ ਆਦਿ ਅਤੇ ਕਲਿਆਣ ਖੁਸ਼ੀਆਂ ਨੂੰ ਵਿਚਾਰਣਾ ਕੀਤਾ ਹੈ। ਰਹਾਉ ਵਿਸਰਾਮ ਦੇ ਕੇ ਪਾਤਸ਼ਾਹ ਪਾਵਨ ਕਿਰਪਾ ਕਰ ਰਹੇ ਆ। ਵਣ ਤ੍ਰਿਣ ਤ੍ਰਿਪਵਨ ਹਰਿਆ, ਹੋਏ ਸਗਲੇ ਜੀ ਸਾਧਾਰਿਆ। ਪਾਤਸ਼ਾਹ ਫਰਮਾਉਂਦੇ ਆ ਕਿ ਸਤਿਗੁਰਾਂ ਦੀ ਸੰਗਤ ਕਰਕੇ ਪ੍ਰਤੱਖ ਵਣ ਜੰਗਲ ਤ੍ਰਿਣ ਘਾਹ ਅਤੇ ਤ੍ਰਿਭਵਨ ਤਿੰਨੇ ਲੋਕ ਵਾ ਤਿੰਨਾਂ ਭਵਨਾਂ ਦੇ ਲੋਕ ਹਰੇ ਭਰੇ ਹੋ ਗਏ। ਗੁਰਾਂ ਨੇ ਸਾਰਿਆਂ ਜੀਵਾਂ ਨੂੰ ਸਾਧਾਰਿਆ, ਸਹਿਤ ਆਸਰੇ ਦੇ ਕਰ ਦਿੱਤਾ ਹੈ, ਵਾ ਸਹਿਤ ਗਿਆਨ ਰੂਪੀ ਆਸਰੇ ਦੇ ਕਰ ਦਿੱਤਾ ਹੈ। ਮਨ ਇੱਛੇ ਨਾਨਕ ਫਲ ਪਾਏ, ਪੂਰਨ ਈਸ਼ ਪੁਜਾਰਿਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਅਸਾਂ ਨੇ ਮਨ ਇੱਛੇ ਮਨ ਭਾਉਂਦੇ ਸਾਰੇ ਫਲ ਪ੍ਰਾਪਤ ਕਰ ਲਏ। ਇਹ ਕਾਮਨਾਵਾਂ ਪੂਰੀਆਂ ਕਰਨ ਵਾਲੇ ਪ੍ਰਭੂ ਗੁਰੂ ਸਾਹਿਬ ਜੀ ਨੇ ਸਭ ਕਾਮਨਾਵਾਂ ਪੂਰੀਆਂ ਕਰ ਦਿੱਤੀਆਂ ਹਨ। ਬਿਲਾਵਲ ਮਹੱਲਾ ਪੰਜਵਾ। ਜਿਸ ਉਪਰ ਹੋਵਤ ਦਇਆਲ, ਹਰ ਸਿਮਰਤ ਕਾਟੈ ਸੋ ਕਾਲ ਰਹਾਉ। ਜਿਸ ਪੁਰਸ਼ ਉੱਤੇ ਪਰਮੇਸ਼ਰ ਗੁਰੂ ਦਿਆਲੂ ਹੁੰਦਾ ਹੈ, ਉਹ ਪੁਰਸ਼ ਪਰਮੇਸ਼ਰ ਦਾ ਸਿਮਰਨ ਕਰਕੇ ਕਾਲ ਮੌਤ ਦਾ ਸਮਾਂ ਵੀ ਕੱਟ ਲੈਂਦਾ, ਨਿਵਰਤ ਕਰ ਲੈਂਦਾ ਹੈ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਆ। ਸਾਧ ਸੰਗ ਭਜੀਐ ਗੋਪਾਲ, ਗੁਣ ਗਾਵਤ ਟੂਟੈ ਜਮਜਾਲ। ਸਾਧ ਸੰਗ ਸ੍ਰੇਸ਼ਟ ਮਹਾਤਮਾ ਜਨਾਂ ਦੇ ਨਾਲ ਮਿਲ ਕੇ ਗੋ ਧਰਤੀ ਦੀ ਪਾਲਣਾ ਕਰਨ ਵਾਲਾ, ਭਾਵ ਪਰਮੇਸ਼ਰ ਨੂੰ ਭਜੀਐ ਸਿਮਰਨਾ ਕਰੀਏ, ਕਿਉਂਕਿ ਉਸ ਦੇ ਗੁਣ ਗਾਉਂਦਿਆਂ ਗਾਉਂਦਿਆਂ ਜਮਦੂਤਾਂ ਦੀ ਜਾਲ ਫਾਹੀ ਟੁੱਟ ਜਾਂਦੀ ਹੈ। ਆਪੇ ਸਤਿਗੁਰ ਆਪੇ ਪ੍ਰਤਪਾਲ, ਨਾਨਕ ਜਾਚੈ ਸਾਧ ਰਵਾਲ। ਪ੍ਰਭੂ ਆਪ ਹੀ ਸਤਿਗੁਰੂ ਰੂਪ ਹੈ, ਆਪ ਹੀ ਈਸ਼ਰ ਰੂਪ ਹੋ ਕੇ ਪਾਲਣਾ ਕਰਦਾ ਹੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਅਸੀਂ ਤਾਂ ਸਾਧ ਮਹਾਤਮਾ ਜਨਾਂ ਦੇ ਚਰਨਾਂ ਦੀ ਰਵਾਲ ਧੂੜੀ ਹੀ ਜਾਚੈ ਮੰਗਦੇ ਹਾਂ। ਬਿਲਾਵਲ ਮਹੱਲਾ ਪੰਜਵਾ। ਮਨ ਮਹਿ ਸਿੰਚੋ ਹਰ ਹਰ ਨਾਮ, ਅਨ ਦਿਨ ਕੀਰਤਨ ਹਰ ਗੁਣ ਗਾਮ। ਇਹ ਭਾਈ ਆਪਣੇ ਮਨ ਹਿਰਦੇ ਰੂਪੀ ਖੇਤ ਵਿੱਚ ਸਾਧ ਸੰਗਤ ਰੂਪੀ ਖੂਹੀ ਤੇ ਸਰਵਣ ਮੰਨਣ ਨਿਧਿਆਸਨ ਰੂਪੀ ਹਲਡ ਜੋੜ ਕੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਸਿੰਜਣਾ ਕਰੋ, ਵਾ ਹਰ ਹਰ ਨਾਮ ਇਕੱਤਰ ਕਰੋ
ਰਾਤ ਦਿਨ ਹੀ ਪਰਮੇਸ਼ਰ ਦਾ ਕੀਰਤਨ ਜਸ ਅਤੇ ਗੁਣਾਂ ਨੂੰ ਗਾਉਣਾ ਕਰੋ। ਵਾ ਆਪਣੇ ਸਰੀਰ ਨੂੰ ਹਰੀ ਦੇ ਗੁਣਾਂ ਦਾ ਗ੍ਰਾਮ ਭਾਵ ਨਗਰ ਬਣਾ ਦੇਣਾ ਕਰੋ। ਐਸੀ ਪ੍ਰੀਤ ਕਰੋ ਮਨ ਮੇਰੇ, ਆਠ ਪਹਿਰ ਪ੍ਰਭ ਜਾਨੋ ਨੇਰੇ ਰਹਾਓ। ਹੇ ਮੇਰੇ ਮਨਾ, ਤੂੰ ਪ੍ਰਭੂ ਨਾਲ ਅਜਿਹੀ ਪ੍ਰੀਤੀ ਕਰਨਾ ਕਰ ਕਿ ਅੱਠੇ ਪਹਿਰ ਹੀ ਉਸ ਪਰਮੇਸ਼ਰ ਨੂੰ ਆਪਣੇ ਨੇੜੇ ਕੋਲ ਜਾਣਨਾ ਕਰ ਰਹਾਓ। ਕਹੋ ਨਾਨਕ, ਜਾ ਕੇ ਨਿਰਮਲ ਭਾਗ, ਹਰ ਚਰਨੀ ਤਾਕਾ ਮਨ ਲਾਗ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜਿਸ ਪੁਰਸ਼ ਦੇ ਨਿਰਮਲ ਉਜਲ ਭਾਗ ਲੇਖ ਕਰਮ ਹਨ, ਉਸ ਦਾ ਮਨ ਹਿਰਦਾ ਹੀ ਪਰਮੇਸ਼ਰ ਦੇ ਚਰਨ ਕਮਲਾਂ ਵਿੱਚ ਲੱਗਦਾ ਹੈ। ਬਿਲਾਵਲ ਮਹੱਲਾ ਪੰਜਵਾ। ਇਹ ਸ਼ਬਦ ਵੀ ਸਤਿਗੁਰੂ ਸਾਹਿਬ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਾਪ ਉਤਰ ਜਾਣ ਤੋਂ ਮਗਰੋਂ ਉਚਾਰਨ ਕੀਤਾ। ਰੋਗ ਗਿਆ ਪ੍ਰਭ ਆਪ ਗਵਾਇਆ, ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਉ। ਹੇ ਗੁਰਸਿੱਖੋ, ਬਾਲ ਹਰਗੋਬਿੰਦ ਦਾ ਤਾਪ ਦੁੱਖ ਚਲਿਆ ਗਿਆ ਹੈ। ਇਹ ਪ੍ਰਭ ਪਰਮੇਸ਼ਰ ਨੇ ਆਪ ਹੀ ਗਵਾ ਦਿੱਤਾ, ਦੂਰ ਕਰ ਦਿੱਤਾ ਹੈ। ਹੁਣ ਇਹਨਾਂ ਨੂੰ ਨੀਂਦ ਵੀ ਪੈ ਗਈ ਅਤੇ ਸਹਿਜੇ ਹੀ ਸੁੱਖ ਦੇ ਘਰ ਵਿੱਚ ਆ ਗਏ ਆ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਆ। ਰਜ ਰਜ ਭੋਜਨ ਖਾਵੋ ਮੇਰੇ ਭਾਈ, ਅੰਮ੍ਰਿਤ ਨਾਮ ਰਿਦ ਮਾਹਿ ਧਿਆਈ। ਹੇ ਮੇਰੇ ਗੁਰਸਿੱਖ ਭਰਾਵੋ, ਨਾਮ ਬ੍ਰਹਮ ਗਿਆਨ ਰੂਪੀ ਭੋਜਨ ਰਜ ਰਜ ਭਾਵ ਤ੍ਰਿਪਤ ਹੋ ਕੇ ਖਾਣਾ ਕਰੋ ਅਤੇ ਪਰਮੇਸ਼ਰ ਦੇ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਿਆਉਣਾ ਕਰੋ। ਨਾਨਕ ਗੁਰ ਪੂਰੇ ਸਰਨਾਈ, ਜਿਨ ਆਪਣੇ ਨਾਮ ਕੀ ਪੈਜ ਰਖਾਈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਅਸੀਂ ਉਸ ਪੂਰਨ ਗੁਰੂ ਦੀ ਸਰਨਾਈ ਓਟ ਵਿੱਚ ਆਏ ਹਾਂ, ਜਿਸ ਨੇ ਆਪ ਦੇ ਨਾਮ ਪਤਿਤ ਪਾਵਨ ਭਗਤ ਵਸ਼ਲ ਆਦਿ ਦੀ ਪੈਜ ਇੱਜ਼ਤ ਪ੍ਰਤੱਗਿਆ ਰਖਾਉਣਾ ਕੀਤੀ ਹੈ। ਬਿਲਾਵਲ ਮਹੱਲਾ ਪੰਜਵਾ। ਜਿਸ ਸਮੇਂ ਅੰਮ੍ਰਿਤਸਰ ਸਾਹਿਬ ਜੀ ਦੀ ਆਬਾਦੀ ਵਧਣ ਲੱਗ ਗਈ ਸੀ, ਜਾਂ ਜਦੋਂ ਬਟਾਲੀ ਤੋਂ ਅੰਮ੍ਰਿਤਸਰ ਸਾਹਿਬ ਵਿਖੇ ਆਏ, ਉਸ ਵੇਲੇ ਇਹ ਪਾਵਨ ਸ਼ਬਦ ਉਚਾਰਨ ਕੀਤਾ। ਸਤਿਗੁਰ ਕਰ ਦੀਨੇ ਅਸਥਿਰ ਘਰ ਬਾਰ ਰਹਾਉ। ਸਤਿਗੁਰੂ ਸਾਹਿਬ ਜੀ ਨੇ ਗੁਰੂ ਕੇ ਮਹਿਲ ਰੂਪੀ ਘਰ ਅਤੇ ਦਰਸ਼ਨੀ ਡਿਉੜੀ ਰੂਪੀ ਬਾਰ ਦਰਵਾਜ਼ੇ ਸਥਿਤ ਕਰ ਦਿੱਤੇ ਹਨ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਆ। ਜੋ ਜੋ ਨਿੰਦ ਕਰੈ ਇਨ ਗ੍ਰਹਿਨ ਕੀ, ਤਿਸ ਆਗੈ ਹੀ ਮਾਰੈ ਕਰਤਾਰ। ਹਾਂ, ਜਿਹੜਾ ਵੀ ਇਹਨਾਂ ਗੁਰੂ ਗ੍ਰਹਿਨ ਘਰਾਂ ਦੀ ਨਿੰਦਾ ਕਰਦਾ ਹੈ ਕਰੇਗਾ, ਉਸ ਨੂੰ ਆਗੈ ਪਹਿਲਾਂ ਹੀ ਕਰਤਾਰ ਪਰਮੇਸ਼ਰ ਮਾਰ ਦੇਵੇਗਾ। ਭਾਵ ਜੋ ਵੀ ਡਿਉੜੀ ਸਾਹਿਬ ਅਤੇ ਹਰਿਮੰਦਰ ਸਾਹਿਬ ਦਾ ਕਿਸੇ ਪ੍ਰਕਾਰ ਨਿਰਾਦਰ ਕਰੇਗਾ, ਉਸ ਨੂੰ ਕਰਤਾਰ ਦੀ ਮਾਰ ਪੈ ਜਾਇਆ ਕਰੂਗੀ। ਨਾਨਕ ਦਾਸ ਤਾਕੀ ਸਰਨਾਈ, ਜਾ ਕੋ ਸ਼ਬਦ ਅਖੰਡ ਅਪਾਰ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਅਸੀਂ ਤਾਂ ਉਸ ਪ੍ਰਭੂ ਜੀ ਦੀ ਸਰਨਾਈ ਓਟ ਵਿੱਚ ਪਏ ਹਾਂ, ਜਿਸ ਦਾ ਸ਼ਬਦ ਹੁਕਮ ਉਪਦੇਸ਼ ਅਖੰਡ ਖੰਡਣ ਤੋਂ ਰਹਿਤ ਤੇ ਅਪਾਰ ਬੇਅੰਤ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਹੈ। ਬਿਲਾਵਲ ਮਹੱਲਾ ਪੰਜਵਾ। ਇਹ ਸ਼ਬਦ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਾਪ ਉਤਰ ਜਾਣ ਤੋਂ ਅਤੇ ਸਿੱਖਾਂ ਦੁਆਰਾ ਸਾਹਿਬਜ਼ਾਦੇ ਦਾ ਹਾਲ ਪੁੱਛਣ ਤੋਂ ਉਚਾਰਨ ਕੀਤਾ ਹੈ। ਤਾਪ ਸੰਤਾਪ ਸਗਲੇ ਗਏ, ਬਿਨਸੇ ਤੇ ਰੋਗ। ਹੇ ਗੁਰਸਿੱਖੋ, ਬਾਲ ਹਰਗੋਬਿੰਦ ਦਾ ਤਾਪ ਬੁਖਾਰ ਸੰਤਾਪ ਦੁੱਖ ਸਾਰੇ ਨਿਵਰਤ ਹੋ ਗਏ ਹਨ ਅਤੇ ਸੀਤਲਾ ਆਦਿ ਦੇ ਰੋਗ ਦੁੱਖ ਵੀ ਨਾਸ਼ ਹੋ ਗਏ। ਪਾਰ ਬ੍ਰਹਮ ਤੂੰ ਬਖਸ਼ਿਆ, ਸੰਤਨ ਰਸ ਭੋਗ ਰਹਾਉ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੰਬੋਧਨ ਕਰਕੇ ਕਥਨ ਕਰਦੇ ਆ। ਹੇ ਸਾਹਿਬਜ਼ਾਦੇ, ਤੈਨੂੰ ਪਾਰ ਬ੍ਰਹਮ ਪਰਮੇਸ਼ਰ ਨੇ ਬਖਸ਼ ਲਿਆ ਹੈ। ਤੂੰ ਹੁਣ ਬਾਬਾ ਬੁੱਢਾ ਸਾਹਿਬ ਜੀ ਆਦਿਕ ਸੰਤਾਂ ਮਹਾਤਮਾ ਪੁਰਖਾਂ ਨਾਲ ਮਿਲ ਕੇ ਨਾਮ ਰਸ ਨੂੰ ਭੋਗ ਮਾਨਣਾ ਕਰ ਰਹਾਉ। ਵਿਸਰਾਮ ਦੇ ਕੇ ਕਿਰਪਾ ਕਰ ਰਿਹਾ। ਸਰਬ ਸੁਖਾ ਤੇਰੀ ਮੰਡਲੀ, ਤੇਰਾ ਮਨ ਤਨ ਆਰੋਗ। ਤੇਰੀ ਮੰਡਲੀ ਭਾਵ ਸੰਗਤ ਵੀ ਸਾਰੇ ਸੁੱਖਾਂ ਨੂੰ ਮਾਨਣਾ ਕਰੇਗੀ ਅਤੇ ਤੇਰਾ ਹੁਣ ਤੋਂ ਮਨ ਹਿਰਦਾ ਵੀ ਅਤੇ ਤਨ ਸਰੀਰ ਵੀ ਆਰੋਗ ਰੋਗ ਰਹਿਤ ਰਹੇਗਾ। ਗੁਣ ਗਾਵੋ ਨਿਤ ਰਾਮ ਕੇ, ਇਹ ਅਵਖਦ ਜੋਗ। ਨਿਤਾ ਪ੍ਰਤੀ ਰਾਮ ਪਰਮੇਸ਼ਰ ਦੇ ਗੁਣ ਗਾਉਣਾ ਕਰੋ, ਇਹੋ ਹੀ ਅਵਖਦ ਦਵਾਈ ਤੁਹਾਡੇ ਜੋਗ ਲਾਇਕ ਹੈ। ਆਏ ਬਸੋ
ਘਰ ਦੇਸ ਮਹਿ ਇਹ ਭਲੇ ਸੰਜੋਗ। ਤੁਸੀਂ ਵਡਾਲੀ ਤੋਂ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਰੂਪੀ ਦੇਸ਼ ਅਤੇ ਗੁਰੂ ਕੇ ਮਹਿਲ ਰੂਪੀ ਘਰ ਵਿੱਚ ਵਸਣਾ ਕਰੋ, ਨਿਵਾਸ ਕਰੋ। ਇਹ ਬਹੁਤ ਭਲੇ ਚੰਗੇ ਸੰਜੋਗ ਸਮਾਂ ਹੈ। ਨਾਨਕ ਪ੍ਰਭ ਸੋ ਪ੍ਰਸੰਨ ਭਏ, ਲਹਿ ਗਏ ਬਿਯੋਗ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਜਦੋਂ ਪ੍ਰਭ ਪਰਮੇਸ਼ਰ ਸੋ ਭਲੀ ਪ੍ਰਕਾਰ ਪ੍ਰਸੰਨਤਾ ਖੁਸ਼ੀ ਦੇ ਸਹਿਤ ਹੋਏ, ਤਦੋਂ ਦੇ ਸਾਰੇ ਵਿਯੋਗ ਵਿਛੋੜੇ ਦੁੱਖ ਸਾਡੇ ਲਹਿ ਗਏ ਹਨ। ਬਿਲਾਵਲ ਮਹੱਲਾ ਪੰਜਵਾ। ਸਤਿਗੁਰੂ ਸਾਹਿਬ ਜੀ ਵਿਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਕਥਨ ਕਰਦੇ ਆ ਕਿ ਕੋਈ ਵੀ ਪਦਾਰਥ ਕਿਸੇ ਦੇ ਨਾਲ ਨਹੀਂ ਜਾਵੇਗਾ। ਕਾਹੂ ਸੰਗ ਨ ਚਾਲਹੀ ਮਾਇਆ ਜੰਜਾਲ। ਹੇ ਭਾਈ, ਕਾਹੂ ਕਿਸੇ ਦੇ ਨਾਲ ਕੋਈ ਪਦਾਰਥ ਸੰਬੰਧੀ ਆਦਿ ਪਰਲੋਕ ਵਿੱਚ ਨਹੀਂ ਚੱਲਦੇ। ਇਹ ਸਭ ਮਾਇਆ ਦੇ ਹੀ ਜੰਜਾਲ ਬੰਧਨ ਪਏ ਹੋਏ। ਊਠ ਸਿਧਾਰੇ ਛਤਰ ਪਤ ਸੰਤਨ ਕੈ ਖਿਆਲ ਰਹਾਉ। ਉਹ ਛਤਰ ਪਤ ਛਤਰਾਂ ਦੇ ਪਤੀ ਰਾਜੇ ਮਹਾਰਾਜੇ ਦੁਨੀਆ ਤੋਂ ਉੱਠ ਕੂਚ ਕਰਕੇ ਪਰਲੋਕ ਨੂੰ ਚਲੇ ਗਏ, ਜੋ ਸੰਤਨ ਮਹਾਤਮਾ ਜਨਾਂ ਨੂੰ ਦੁੱਖ ਦੇਣ ਦੇ ਖਿਆਲ ਵਿੱਚ ਹੀ ਲੱਗੇ ਰਹਿੰਦੇ ਸਨ। ਜਿਵੇਂ ਰਾਵਣ ਦੇ ਦੇਸ਼ ਵਿੱਚ ਜੋ ਰਿਖੀ ਤਪ ਕਰਦੇ ਸਨ, ਉਹਨਾਂ ਕੋਲੋਂ ਰਾਵਣ ਨੇ ਕਰ ਟੈਕਸ ਮੰਗਿਆ ਕਿ ਤੁਸੀਂ ਮੇਰੇ ਰਾਜ ਵਿੱਚ ਤਪ ਕਰਦੇ ਹੋ, ਇਸ ਲਈ ਮੇਰੇ ਕੋਲ ਹਰਜਾਨਾ ਭਰੋ। ਰਿਖੀਆਂ ਨੇ ਕਿਹਾ ਕਿ ਅਸੀਂ ਤਾਂ ਜੰਗਲਾਂ ਵਿੱਚੋਂ ਫਲ ਫੁੱਲ ਖਾ ਪੀ ਕੇ ਗੁਜ਼ਾਰਾ ਕਰਨ ਵਾਲੇ ਤੈਨੂੰ ਕਰ ਕਿਵੇਂ ਦੇ ਸਕਦੇ ਹਾਂ? ਸਾਡੇ ਪਾਸ ਤਾਂ ਕੇਵਲ ਸਾਡਾ ਸਰੀਰ ਹੀ ਆ। ਤਦੋਂ ਰਾਵਣ ਨੇ ਉਹਨਾਂ ਰਿਖੀਆਂ ਨੂੰ ਮਾਰ ਕੇ ਉਹਨਾਂ ਦਾ ਖੂਨ ਨਿਚੋੜ ਲਿਆ। ਫਿਰ ਭੈ ਦੇ ਕਾਰਨ ਖੂਨ ਦੇ ਘੜੇ ਨੂੰ ਰਾਜੇ ਜਨਕ ਦੀ ਪੁਰੀ ਵਿੱਚ ਦੱਬ ਆਇਆ ਸੀ, ਜਿਸ ਕਾਰਨ ਰਾਜੇ ਜਨਕ ਦੀ ਪੁਰੀ ਵਿੱਚ ਕਾਲ ਪੈ ਗਿਆ। ਫਿਰ ਜੋਤਸ਼ੀਆਂ ਨੇ ਕਿਹਾ, ਤੂੰ ਸੋਨੇ ਦਾ ਹਾਲ ਬਣਾ ਕੇ ਆਪ ਵਾਹ ਤਾਂ ਕਾਲ ਚੱਕਿਆ ਜਾਵੇਗਾ। ਜਦੋਂ ਰਾਜਾ ਜਨਕ ਸੋਨੇ ਦਾ ਹਲ ਫੇਰਨ ਲੱਗਾ ਤਾਂ ਉਸ ਜ਼ਮੀਨ ਵਿੱਚੋਂ ਇੱਕ ਘੜਾ ਨਿਕਲਿਆ, ਜਿਸ ਵਿੱਚ ਰਿਖੀਆਂ ਦੇ ਖੂਨ ਦੀ ਇੱਕ ਕੰਨਿਆ ਬਣੀ ਹੋਈ ਸੀ, ਜਿਸ ਦਾ ਨਾਮ ਸੀਤਾ ਰੱਖਿਆ ਤੇ ਤ੍ਰੇਤੇ ਯੁੱਗ ਦੇ ਅਵਤਾਰ ਰਾਮਚੰਦਰ ਜੀ ਨਾਲ ਵਿਆਹ ਕੀਤਾ, ਜੋ ਫਿਰ ਰਾਵਣ ਦੀ ਮੌਤ ਦਾ ਕਾਰਨ ਬਣੀ ਸੀ। ਅਥਵਾ ਇਹ ਗੱਲ ਸੰਤ ਜਨਾਂ ਦੇ ਖਿਆਲ ਧਿਆਨ ਵਿੱਚ ਆਈ ਹੈ ਕਿ ਵੱਡੇ ਵੱਡੇ ਛਤਰਪਤੀ ਚੱਕਰਵਰਤੀ ਪਾਤਸ਼ਾਹ ਵੀ ਇੱਥੋਂ ਕੂਚ ਕਰ ਜਾਣੇ ਹਨ। ਅਥਵਾ ਜੋ ਸੰਨ ਕਹੀਏ ਭਲੀ ਪ੍ਰਕਾਰ ਆਪਣੇ ਤਨ ਸਰੀਰ ਦੇ ਪਾਲਣ ਪੋਸ਼ਣ ਦੇ ਖਿਆਲ ਵਿੱਚ ਪਏ ਰਹਿੰਦੇ, ਉਹ ਛਤਰਾਂ ਦੇ ਪਤੀ ਰਾਜੇ ਵੀ ਮਰ ਕੇ ਚਲੇ ਗਏ ਹਨ। ਰਹਾਉ ਵਿਸਰਾਮ ਦੇ ਕੇ ਪਾਤਸ਼ਾਹ ਫਰਮਾਉਂਦੇ ਆ, ਅਹੰ ਬੁੱਧ ਕਉ ਬਿਨਸਨਾ ਇਹ ਧੁਰ ਕੀ ਢਾਲ। ਅਹੰ ਬੁੱਧ ਕਹੀਏ ਹੰਕਾਰ ਵਾਲੀ ਬੁੱਧੀ ਵਾਲੇ ਪੁਰਸ਼ ਨੂੰ ਬਿਨਸਨਾ ਨਾਸ਼ ਹੀ ਹੋਣਾ ਪੈਂਦਾ ਵਾ। ਹੰਕਾਰ ਵਾਲੀ ਬੁੱਧੀ ਦੇ ਧਾਰਨ ਕਰਕੇ ਆਤਮਕ ਮੌਤੇ ਮਰ ਕੇ ਨਾਸ਼ ਹੋਣਾ ਪੈਂਦਾ। ਇਹ ਧੁਰ ਦਰਗਾਹ ਦੀ ਹੀ ਢਾਲ ਰੀਤੀ ਮਰਿਆਦਾ ਹੈ। ਬਹੁ ਜੋਨੀ ਜਨਮਹਿ ਮਰਹਿ ਵਿਖਿਆ ਵਿਕਰਾਲ। ਉਹ ਜੀਵ ਜੰਮਦੇ ਮਰਦੇ ਹੋਏ ਬਹੁਤ ਜੂਨੀਆਂ ਵਿੱਚ ਪੈਂਦੇ, ਮਾਇਆ ਵਿੱਚ ਲੱਗਣ ਕਰਕੇ ਵਿਕਰਾਲ ਭਿਆਨਕ ਰੂਪ ਵਾਲੇ ਬਣੇ ਰਹਿੰਦੇ ਆ। ਸਤ ਬਚਨ ਸਾਧੂ ਕਹਿ ਨਿਤ ਜਪਹਿ ਗੋਪਾਲ। ਸ੍ਰੇਸ਼ਟ ਮਹਾਤਮਾ ਜਨ ਸੱਚੇ ਬਚਨ ਹੀ ਬੋਲਦੇ ਆ ਅਤੇ ਨਿਤਾ ਪ੍ਰਤੀ ਗੋਪਾਲ ਪਰਮੇਸ਼ਰ ਦਾ ਨਾਮ ਜਪਦੇ ਰਹਿੰਦੇ ਆ। ਸਿਮਰ ਸਿਮਰ ਨਾਨਕ ਤਰੇ, ਸਿਮਰ ਸਿਮਰ ਨਾਨਕ ਤਰੇ, ਹਰ ਕੇ ਰੰਗ ਲਾਲ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹ ਮਹਾਤਮਾ ਜਨ ਸਿਮਰਨੇ ਯੋਗ ਪਰਮੇਸ਼ਰ ਨੂੰ ਚੇਤੇ ਕਰਕੇ ਇਸ ਸੰਸਾਰ ਸਮੁੰਦਰ ਤੋਂ ਤਰ ਗਏ ਹਨ ਅਤੇ ਪਰਮੇਸ਼ਰ ਦੇ ਰੰਗ ਪ੍ਰੇਮ ਕਰਕੇ ਭਾਵ ਲਾਲ ਭਾਵ ਗਿਆਨਵਾਨ ਹੋਏ ਹਨ। ਬਿਲਾਵਲ ਮਹੱਲਾ ਪੰਜਵਾ। ਸਹਿਜ ਸਮਾਧ ਆਨੰਦ ਸੂਖ ਪੂਰੇ ਗੁਰਦੀਨ। ਹੇ ਭਾਈ, ਸਹਿਜ ਸ਼ਾਂਤ ਸਰੂਪ ਦੀ ਸਮਾਧੀ ਭਾਵ ਨਿਰਵਿਕਲਪ ਸਮਾਧੀ ਆਨੰਦ ਤੇ ਸੁਖ ਵਾ ਸਹਿਜ ਅਵਸਥਾ ਦਾ ਆਨੰਦ ਤੇ ਸਮਾਧੀ ਦਾ ਸੁਖ ਪੂਰਨ ਗੁਰੂ ਸਾਹਿਬ ਜੀ ਨੇ ਦੇਣਾ ਕੀਤਾ। ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ। ਰਹਾਉ ਜੋ ਪ੍ਰਭੂ ਪਰਮੇਸ਼ਰ ਹਮੇਸ਼ਾ ਹੀ ਸਹਾਇਤਾ ਕਰਨ ਵਾਲਾ ਅਤੇ ਸੰਗ ਨਾਲ ਭਾਵ ਅੰਗ ਸੰਗ ਵਸਦਾ, ਉਸ ਦੇ ਅੰਮ੍ਰਿਤ ਰੂਪੀ ਗੁਣ ਮੈਂ ਚੀਨ ਜਾਣੇ ਹਨ। ਵਾ ਉਸ ਦੇ ਨਾਮ ਅੰਮ੍ਰਿਤ ਵਿੱਚ ਹੀ ਸਾਰੇ ਗੁਣ ਚੀਨ ਜਾਣਨਾ ਕਰੋ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਆ। ਜੈ ਜੈਕਾਰ ਜਗਤਰ ਮਹਿ ਲੋਚੈ ਸਭ ਜੀਆ। ਜਿਸਨੇ ਜਾਣੇ ਹਨ ਉਸ ਦਾ ਸਾਰੇ ਜਗਤਰ ਸੰਸਾਰ ਵਿੱਚ
ਜੈ ਜੈਕਾਰ ਭਾਵ ਵਡਿਆਈ ਹੁੰਦੀ ਹੈ ਅਤੇ ਸਾਰੇ ਜੀਵ ਹੀ ਉਸਨੇ ਉਸਦੇ ਦਰਸ਼ਨਾਂ ਨੂੰ ਲੋਚਾ ਚਾਹੁੰਦੇ। ਸੋ ਪ੍ਰਸੰਨ ਭਏ ਸਤਿਗੁਰ ਪੂਜ, ਸੋ ਪ੍ਰਸੰਨ ਭਏ ਸਤਿਗੁਰ ਪ੍ਰਭੂ ਕਛ ਬਿਘਨ ਨ ਥੀਆ। ਜਿਸ ਮਨੁੱਖ ਉੱਪਰ ਪ੍ਰਭੂ ਪਰਮੇਸ਼ਰ ਸਰੂਪ ਸਤਿਗੁਰੂ ਜੀ ਭਲੀ ਪ੍ਰਕਾਰ ਪ੍ਰਸੰਨ ਖੁਸ਼ ਹੋਏ, ਉਸ ਨੂੰ ਕੁਝ ਵੀ ਕਾਮ ਆਦਿ ਵਿਕਾਰਾਂ ਦੀ ਬਿਘਨ ਰੁਕਾਵਟ ਨਹੀਂ ਹੁੰਦੀ। ਜਾ ਕਾ ਅੰਗ ਦਇਆਲ ਪ੍ਰਭ ਤਾ ਕੇ ਸਭ ਦਾਸ। ਹਾਂ ਦਿਆਲੂ ਪਰਮੇਸ਼ਰ ਆਪ ਜਿਸ ਦਾ ਅੰਗ ਪੱਖ ਕਰਦਾ, ਉਸ ਦੇ ਸਾਰੇ ਜੀਵ ਕਾਮ ਆਦਿ ਵਿਕਾਰ ਦਾਸ ਸੇਵਕ ਬਣ ਜਾਂਦੇ। ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਗੁਰੂ ਦੇ ਪਾਸ ਕੋਲ ਭਾਵ ਸਤਸੰਗਤ ਵਿੱਚ ਰਹਿਣ ਕਰਕੇ ਹੀ ਹਮੇਸ਼ਾ ਹਮੇਸ਼ਾ ਵਡਿਆਈਆਂ ਆਦਰ ਸਤਿਕਾਰ ਮਿਲਦਾ। ਵਾ ਸਦਾ ਸਦਾ ਰਹਿਣ ਵਾਲੀਆਂ ਵਡਿਆਈਆਂ ਸਤਿਗੁਰਾਂ ਪਾਸ ਹੀ ਹਨ, ਹੋਰ ਕਿਤੇ ਨਹੀਂ ਮਿਲਣੀਆਂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।